खुदा यसु मसीह के मुकद्दस जलाली ते बाबरकत नाम दे विच मेरा बाली नज़ीर मसीह दा ते मेरे दोस्त गोल्डन सागर दा तुहाडी खिदमत दे विच सलाम ते साडी दुआ है कि यसु मसीह दी सलामती तुहाडे नाल होवे। असीं शुक्रगुज़ार हां कि तुसीं साडे चैनल तो साडीआं गल्लां नूं जिहड़ियां यसु मसीह दे बारे च तुहाडे नाल शेयर करने आ, तुसीं सुनदे हो, वेंदे हो। ਤੇ ਅਸੀਂ ਤੁਹਾਨੂੰ ਇਹ ਵੀ ਇਨਕਰੇਜ ਕਰਨਾ ਚਾਹੁੰਦੇ ਹਾਂ ਕਿ ਆਪਣੇ ਫੈਮਿਲੀ ਵਾਲਿਆਂ ਦੇ ਨਾਲ, ਆਪਣੇ ਦੋਸਤਾਂ ਦੇ ਨਾਲ ਤੇ ਦੂਜੇ ਲੋਕਾਂ ਦੇ ਨਾਲ ਵੀ ਇਹਨੂੰ ਸ਼ੇਅਰ ਕਰੋ। ਇਹਨੂੰ ਸਬਸਕ੍ਰਾਈਬ ਕਰੋ ਇਸ YouTube ਚੈਨਲ ਨੂੰ ਤੇ ਬੈਲ ਆਈਕਨ ਨੂੰ ਵੀ ਤੁਸੀਂ ਕਲਿੱਕ ਕਰੋ ਤਾਂ ਕਿ ਤੁਸੀਂ ਹਰ ਨਵੀਂ ਆਉਣ ਵਾਲੀ ਵੀਡੀਓ ਜਿਹੜੀ ਸੀ ਸੋਚਿਆ ਕਿ ਹਰ ਰੋਜ਼ ਅਸੀਂ ਇੱਕ ਬਣਾਉਣੀ ਹੈ, ਤੁਹਾਡੇ ਨਾਲ ਸ਼ੇਅਰ ਕਰਨੀ ਹੈ, ਤੁਸੀਂ ਉਹਨੂੰ ਸੁਣ ਸਕੋ। ਇਸ ਤੋਂ ਪਹਿਲਾਂ ਕਿ ਅਸੀਂ ਕਲਾਮੇ ਮੁਕੱਦਸ ਨੂੰ ਪੜ੍ਹੀਏ ਅਸੀਂ ਦੁਆ ਕਰਾਂਗੇ ਤੇ ਭਾਈ ਗੋਲਡਨ ਜਿਹੜੇ ਨੇ ਉਹ ਦੁਆ ਕਰਨਗੇ। ਹਾਲੇਲੂਇਆ 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 ਕਦੂਸ ਕਦੂਸ ਕਦੂਸ। ਧੰਨਵਾਦ ਧੰਨਵਾਦ ਮੇਰੇ ਪਿਤਾ ਪਰਮੇਸ਼ਰ, ਇਸ ਬੜਭਾਗੇ ਸਮੇਂ ਦਾ ਪਿਤਾ ਪਰਮੇਸ਼ਰ ਜੀ, ਜਿਸ ਤਰ੍ਹਾਂ ਤੁਸੀਂ ਸਾਨੂੰ ਹੁਕਮ ਦਿੱਤਾ ਪਿਤਾ ਪਰਮੇਸ਼ਰ ਜੀ, ਤੁਹਾਡੇ ਨਾਮ ਨੂੰ ਵਡਿਆਈ ਮਿਲੇ, ਤੁਹਾਡੇ ਨਾਮ ਨੂੰ ਬਰਕਤ ਮਿਲੇ, ਤੁਸੀਂ ਵਧੋ ਅਸੀਂ ਘਟੀਏ ਪਿਤਾ ਪਰਮੇਸ਼ਰ ਜੀ। ਤੁਸੀਂ ਆਪਣੇ ਬਚਨਾਂ 'ਚ ਕਿਹਾ ਕਿ ਜੇ 2 ਜਾਂ 3 ਮੇਰੇ ਨਾਲ ਇਕੱਠੇ ਹੋਣਗੇ ਉੱਥੇ ਮੈਂ ਮੌਜੂਦ ਹੋਵਾਂਗਾ। ਤੁਹਾਡੀ ਪ੍ਰੈਜ਼ੈਂਸ ਇੱਥੇ ਮਹਿਸੂਸ ਕਰਦੇ ਆ, ਤੁਹਾਨੂੰ ਮਹਿਸੂਸ ਕਰਦੇ ਆ। ਤੇ ਪਿਤਾ ਪਰਮੇਸ਼ਰ ਜੀ, ਜੋ ਵੀ ਅਸੀਂ ਬਚਨ ਪੜ੍ਹੀਏ ਅੱਜ, ਜੋ ਵੀ ਬਾਈਬਲ ਵਿੱਚੋਂ ਅਸੀਂ ਸਿੱਖੀਏ, ਸਾਡੀ ਜ਼ਿੰਦਗੀ ਵਿੱਚ 10 ਨਹੀਂ 100 ਗੁਣਾ ਫਲ ਲੈ ਕੇ ਆਵੇ। ਇਨ ਜੀਸਸ ਨੇਮ ਆਮੀਨ। ਜੀ ਸਰ, ਅੱਜ ਅਸੀਂ ਪੜ੍ਹਨਾ ਹੈ ਮੱਤੀ ਦੀ ਅੰਜੀਲ ਦੇ ਵਿੱਚੋਂ ਤੇ ਉਹਦਾ 28ਵਾਂ ਬਾਬ ਤੇ ਉਹਦੀ ਆਖਰੀ ਯਾਨੀ 20ਵੀਂ ਆਇਤ। ਜੀ ਪੜ੍ਹੋ। ਹਾਂ, ਥੈਂਕ ਯੂ ਜੀਸਸ। ਉਹਨਾਂ ਨੂੰ ਇਹ ਵੀ ਸਿਖਾਵੋ ਕਿ ਉਹ ਉਹਨਾਂ ਸਾਰੀਆਂ ਗੱਲਾਂ ਦਾ ਪਾਲਣ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਨਿਸ਼ਚਿਤ ਹੀ ਦੁਨੀਆ ਦੇ ਅੰਤ ਤੀਕਰ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ। ਆਮੀਨ। ਖੁਦਾਵੰਦ ਦੇ ਕਲਾਮ ਦੇ ਬੜੇ ਤੇ ਬਰਕਤ ਹੋਵੇ। ਆਮੀਨ। ਮੈਂ ਦੁਬਾਰਾ ਇੱਕ ਵਾਰੀ ਪੜਾਂਗਾ ਸਰ ਉਰਦੂ ਦੇ ਵਿੱਚ। ਚਲੋ ਅਸੀਂ ਭਾਵੇਂ ਗੱਲ ਅਸੀਂ ਪੰਜਾਬੀ 'ਚ ਕਰਦੇ ਹਾਂ ਨਾ ਤੇ ਅਸੀਂ ਥੋੜਾ ਪਤਾ ਉਰਦੂ ਦੇ ਵਿੱਚੋਂ पढ़ लीजिए। अच्छा लिखा है, और उनको ये तालीम दो कि उन सब बातों पर अमल करें जिनका मैंने तुमको हुक्म दिया, और देखो मैं दुनिया के आखिर तक हमेशा तुम्हारे साथ हूँ। आमीन। खुदावंद दे कलाम दे बड़े सुने बरकत होवे। आमीन जी। तुसी इस गल दे बारे च इस खास तौर दे उत्ते एक ते हुक्म है ते दूजा वादा है ना। खास तौर ते ਅਸੀਂ ਵਾਅਦੇ ਦੇ ਬਾਰੇ ਗੱਲ ਕਰਨਾ ਚਾਹੁੰਦੇ ਹਾਂ ਤੇ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਚ? ਮੈਂ ਤਾਂ ਇਹ ਦੇਖੋ ਜਿਸ ਤਰ੍ਹਾਂ ਜੀਸਸ ਨੇ ਆਪਾਂ ਨੂੰ ਸਿਖਾਇਆ ਹੈਗਾ ਬਾਈਬਲ ਦੇ ਵਿੱਚ, ਤੁਸੀਂ ਵੀ ਹਮੇਸ਼ਾ ਪੜ੍ਹਦੇ ਹੋ ਕਿ ਉਹ ਸਾਡੇ ਨਾਲ ਹੈ। ਉਹ ਹਮੇਸ਼ਾ ਸਾਡੇ ਨਾਲ ਹੈ ਤੇ ਉਹ ਸੱਚੇ ਬੰਦਿਆਂ ਨਾਲ, ਜਿਹੜੇ ਮਸੀਹ ਦੇ ਵਿੱਚ ਸੱਚੇ ਨੇ, ਉਹ ਉਹਨਾਂ ਨਾਲ ਹੈ। ਤੇ ਬਾਕੀ ਤੁਸੀਂ ਐਗਜ਼ਾਮਪਲ, ਤੁਸੀਂ ਬਿਹਤਰ ਤੌਰ ਤੇ ਨਾ, ਤੁਸੀਂ ਪਾਸਟਰ, ਤੁਹਾਨੂੰ ਬਹੁਤ ਜ਼ਿਆਦਾ ਮਤਲਬ ਕਿ ਕਲਾਮੇ ਮੁਕੱਦਸ ਬਾਰੇ ਨੌਲੇਜ ਹੈ, ਬਹੁਤ ਤੁਸੀਂ ਡੀਪਲੀ ਪੜ੍ਹਿਆ ਵੀ ਹੈ। ਤੇ ਤੁਸੀਂ ਨਾ ਸਾਨੂੰ ਇਸ ਬਾਰੇ ਵੀ ਚਾਨਣਾ ਪਾਓ ਕਿ ਇਹ ਕਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਜਿਹੜੇ ਬੰਦੇ ਮਸੀਹ 'ਚ ਸੱਚੇ ਨੇ, ਜਾਂ ਉਹ ਕਿਸ ਤਰ੍ਹਾਂ ਸਾਨੂੰ ਇਨਕਰੀਜ਼ ਕਰਦੇ ਆ ਬਾਈਬਲ, ਕਿ ਇਹ ਜਿਹੜੇ ਚੀਜ਼ਾਂ ਹੁੰਦੀਆਂ ਕਿ ਇਸ ਤਰ੍ਹਾਂ ਤੁਸੀਂ ਇੱਕ ਸਟੈਪ ਹੁੰਦੇ ਆ ਬਾਈਬਲ ਦੇ ਵਿੱਚ ਕਿ ਹਾਂ ਤੁਸੀਂ ਸੱਚੇ ਤੌਰ ਤੇ ਮਸੀਹ ਦੇ ਵਿੱਚ ਕਿੱਦਾਂ ਅੱਗੇ ਵੱਧ ਸਕਦੇ ਹੋ। ਜੀ ਪਹਿਲੀ ਗੱਲ ਤੇ ਇਸ ਤਰ੍ਹਾਂ ਕਿ ਅਸੀਂ ਕਿਉਂਕਿ ਅੱਜ ਵਾਅਦੇ ਤੇ ਪੜ੍ਹ ਰਹੇ ਕਿ ਅਸੀਂ ਵੇਖੀਏ ਤੇ ਹਾਲਾਤ ਇਹ ਸਨ ਕਿ ਯਿਸੂ ਮਸੀਹ ਉਸ ਵਕਤ ਜ਼ਮੀਨੀ ਖਿਦਮਤ ਨੂੰ ਖਤਮ ਕਰਕੇ ਨਾ ਤੇ ਆਸਮਾਨ ਦੇ ਉੱਤੇ ਜਾਣ ਦੀ ਤਿਆਰੀ ਕੀਤੀ ਸੀ। ਤੇ ਆਖਰੀ ਲਫ਼ਾਜ਼ ਨੇ ਯਿਸੂ ਮਸੀਹ ਦੇ, ਅਗਰ ਅਸੀਂ ਅਮਾਲ ਦੀ ਕਿਤਾਬ ਦੇ 2 ਬਾਬ ਵੇਖਦੇ ਹਾਂ ਤੇ ਇਹ ਕਰਨ ਤੋਂ ਬਾਅਦ ਯਿਸੂ ਮਸੀਹ ਉਹਨਾਂ ਦੇ ਵੇਂਦਿਆਂ ਆਸਮਾਨ ਦੀ ਤਰਫ ਉਠਾ ਲਿੱਤਾ ਗਿਆ। ਅਮਾਲ ਦੀ ਕਿਤਾਬ ਪਹਿਲੇ ਬਾਬ 2 ਬਾਬ ਵਿੱਚ ਨਹੀਂ, ਪਹਿਲੇ ਬਾਬ ਦੇ ਵਿੱਚ, ਠੀਕ ਹੈ, ਉਹਦੀ 9 ਤੋਂ 11 ਤੇ ਉਠਾ ਲਿੱਤਾ ਗਿਆ। ਤੇ ਉਦੋਂ ਪਹਿਲਾਂ ਯਿਸੂ ਮਸੀਹ ਨੇ ਉਹਨੂੰ ਕਿਹਾ, ਵੇਖੋ ਤੇ ਮੈਂ ਦੁਨੀਆ ਦੇ ਆਖਰ ਤੱਕ ਹਮੇਸ਼ਾ ਤੁਹਾਡੇ ਸਾਥ। ਮੈਂ ਇੱਕ ਹੋਰ ਗੱਲ ਕਰਨਾ ਚਾਹੁੰਦਾ, ਇਹ ਤੇ ਗੱਲ ਹੋਈ ਸ਼ਾਗਿਰਦਾਂ ਦੇ ਨਾਲ ਜਿਹੜੇ ਉੱਥੇ ਸਨ, 11 ਸ਼ਾਗਿਰਦ ਯਿਸੂ ਮਸੀਹ ਦੇ ਨਾਲ, ਹੈ ਨਾ। ਤੇ ਫਿਰ ਗੱਲ ਇਹ ਹੋਈ ਕਿ ਯਿਸੂ ਮਸੀਹ ਨੇ ਜਦੋਂ ਆਖਰੀ ਦੁਆ ਕੀਤੀ, ਜਿਹੜੀ ਯੋਹੰਨਾ ਦੀ ਅੰਜੀਲ ਦੇ 17 ਬਾਬ ਵਿੱਚ ਲਿਖਿਆ ਹੈ, ਜਦੋਂ ਅਸੀਂ ਉਹ 'ਚ ਪੜ੍ਹਨੇ ਆ, ਤੇ ਯਿਸੂ ਮਸੀਹ ਨੇ ਇਹ ਕਿਹਾ ਕਿ ਮੈਂ ਖੁਦਾਵੰਦ ਬਾਪ ਤੇਰੇ ਤੋਂ ਇਹ ਦੁਆ ਕਰਨਾ ਵਾ ਕਿ ਤੂੰ ਮੇਰੇ ਲੋਕਾਂ ਨੂੰ, ਮੇਰੇ ਪੈਰੋਕਾਰਾਂ ਨੂੰ ਤੂੰ ਦੁਨੀਆ ਤੋਂ ਕੱਢ ਨਾ ਲੈ, ਲੇਕਿਨ ਉਹਨਾਂ ਦੀ ਹਿਫਾਜ਼ਤ ਕਰ। ਠੀਕ ਹੈ। ਫਿਰ ਉਹਨੇ ਕਿਹਾ ਕਿ ਜਿਹੜੇ ਇਹਨਾਂ ਦੇ ਵਸੀਲੇ ਨਾਲ ਮੇਰੇ ਤੇ ਈਮਾਨ ਲਿਆਉਣਗੇ ਉਹਨਾਂ ਦੀ ਵੀ ਹਿਫਾਜ਼ਤ ਕਰ। ਯਾਨੀ ਕਿ ਸਾਨੂੰ ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਨੂੰ ਸਾਡੀ ਕਿੰਨੀ ਫਿਕਰ ਹੈ ਨਾ। ਬਿਲਕੁਲ ਫਿਕਰ ਹੈ। ਤੇ ਇਸ ਵਾਸਤੇ ਆਸਮਾਨ ਤੋਂ ਜਾਣ ਤੋਂ ਪਹਿਲਾਂ ਉਹਨੇ ਕਿਹਾ ਕਿ ਮੈਂ ਤੁਹਾਡੇ
ਨਾਲ ਹਮੇਸ਼ਾ ਤੱਕ। ਹਮੇਸ਼ਾ ਤੱਕ। ਇਹਦੇ ਚ ਹਕੀਕਤ ਹੈ ਕਿ ਯਿਸੂ ਮਸੀਹ ਦੀਆਂ ਦੋ ਸ਼ਖਸੀਅਤਾਂ ਨੇ, ਇੱਕ ਕਾਮਲ ਖੁਦਾ ਹੈ, ਕੋਈ ਕਮੀ ਨਹੀਂ, ਔਰ ਇੱਕ ਪੂਰਾ ਕੁਦਰਤ ਹੈ, ਪੂਰੀ ਤਾਕਤ ਹੈ, ਲੇਕਿਨ ਇੱਕ ਮੁਕੰਮਲ ਇਨਸਾਨ ਵੀ ਹੈ। ਤੇ ਹੁਣ ਅਸੀਂ ਵੇਖਾਂਗੇ ਕਿ ਯਿਸੂ ਮਸੀਹ ਤੇ ਇਨਸਾਨ ਹੁੰਦੇ ਨਜ਼ਰ ਆਉਂਦਾ ਹੈ ਅਸਮਾਨ ਤੇ ਜਾਂਦਿਆਂ, ਤੇ ਯਿਸੂ ਮਸੀਹ ਕਿੰਜ ਰਹੇਗਾ, ਹੈਨਾ? ਹਾਂਜੀ ਹਾਂਜੀ, ਇਹ ਸਾਰਿਆਂ ਦੇ ਦਿਲ ਦੇ ਵਿੱਚ ਸਵਾਲ ਹੈ ਇਸ ਚੀਜ਼ ਦਾ ਕਿ ਯਿਸੂ ਮਸੀਹ ਕਿੰਜ ਰਹੇਗਾ। ਹਾਂਜੀ, ਕਿੰਜ ਰਹੇਗਾ ਸਾਡਾ? ਕਲਾਮੇ ਮੁਕੱਦਸ ਰਿਹਾ ਕਿ ਖੁਦਾ ਜਿਹੜਾ ਨਾ ਉਹ ਰੂਹ ਹੈ। ਠੀਕ ਹੈ ਜੀ, ਪਹਿਲੀ ਗੱਲ ਖੁਦਾ ਕੀ ਹੈ? ਰੂਹ ਹੈ। ਤੇ ਦੂਜੀ ਗੱਲ ਯਿਸੂ ਮਸੀਹ ਨੇ ਕਿਹਾ ਕਿ ਮੈਂ ਫਿਰ ਆਪਣਾ ਮਦਦਗਾਰ ਯਾਨੀ ਰੂਹ ਕੁਦਸ ਤੁਹਾਡੇ ਨਾਲ, ਜਿਹਨੂੰ ਅਸੀਂ ਕਹਿੰਦੇ ਪੰਜਾਬੀ ਵਿੱਚ ਪਵਿੱਤਰ ਆਤਮਾ, ਪਵਿੱਤਰ ਆਤਮਾ ਹੈ, ਪਵਿੱਤਰ ਆਤਮਾ ਜਿਹੜੀ ਹੈ, ਠੀਕ ਹੈ ਨਾ, ਉਹ ਮੈਂ ਕਰ ਲਾਂਗਾ ਜੇ ਤੁਹਾਡੇ ਨਾਲ। ਤੇ ਫਿਰ ਇਹ ਸਮਝਦੇ ਆ ਕਿ ਫਿਰ ਖੁਦਾਵੰਦ ਯਿਸੂ ਮਸੀਹ ਜਦੋਂ ਇਹ ਵਾਅਦਾ ਫਰਮਾਉਂਦਾ ਨਾ ਕਿ ਮੈਂ ਤੁਹਾਡੇ ਨਾਲ ਹਮੇਸ਼ਾ, ਤੇ ਉਹ ਆਪਣੇ ਰੂਹ ਕੁਦਸ ਦੇ ਵਸੀਲੇ ਨਾਲ, ਪਵਿੱਤਰ ਆਤਮਾ ਦੇ ਨਾਲ ਸਾਡੇ ਨਾਲ ਹੈ। ਸਹੀ ਹੈ। ਉਹ ਕਲਾਮੇ ਮੁਕੱਦਸ ਇਹ ਦੱਸਦਾ ਹੈ ਕਿ ਖੁਦਾਵੰਦ ਦਾ ਰੂਹ ਜਿਹੜਾ ਨਾ ਉਹ ਸਾਡੇ ਅੰਦਰ ਬਸਿਆ। ਠੀਕ ਹੈ, ਯਾਨੀ ਕਿ ਸਾਡਾ ਜਿਸਮ ਜਿਹੜਾ ਨਾ ਉਹ ਖੁਦਾਵੰਦ ਦੇ ਰੂਹ ਦਾ ਘਰ ਹੈ, ਖੁਦਾ ਸਾਡੇ 'ਚ ਰਹਿੰਦਾ। ਤੇ ਫਿਰ ਯਿਸੂ ਮਸੀਹ ਕੀ ਹੋ ਗਿਆ? ਸਾਡੇ ਅੰਦਰ ਹੋ ਗਿਆ, ਸਾਡੇ ਨਾਲ ਹੋ ਗਿਆ, ਉਹ ਹਰ ਵਕਤ ਸਾਡੇ ਕੋਲ ਰਹਿੰਦਾ। ਜਦੋਂ ਹਰ ਵਕਤ ਸਾਡੇ ਕੋਲ ਰਹਿੰਦਾ ਤੇ ਪਹਿਲੀ ਗੱਲ ਸਾਨੂੰ ਆਈ ਕਿ ਵਾਕਈ ਉਹ ਸਾਡੇ ਨਾਲ ਹੈ। ਤੇ ਫਿਰ ਹੁਣ ਗੱਲ ਇੱਕ ਹੋਰ ਹੈ ਗੋਲਡਨ ਸਾਗਰ ਸਾਹਿਬ, ਕਿ ਆਖਿਆ ਅੱਜ ਦੇ ਵਕਤ 'ਚ ਇੰਨੀ ਤਬਾਹੀ ਬਰਬਾਦੀ ਤੇ ਪੂਰੀ ਦੁਨੀਆ ਦੇ ਉੱਤੇ ਕਰੋਨਾ ਵਾਇਰਸ ਨੇ ਖੌਫੋ ਹਰਾਸਤ ਬਹੁਤ ਫੈਲਾਇਆ ਹੈ, ਬਹੁਤ ਮੌਤਾਂ ਹੋ ਰਹੀਆਂ ਤੇ ਲੋਕੀ ਪਰੇਸ਼ਾਨ ਨੇ, ਲੋਕੀ ਘਰਾਂ ਦੇ ਵਿੱਚ ਨੇ, ਹੈਨਾ? ਤੇ ਵਧੀਆ ਸਰ ਜੀ ਘਰਾਂ ਵਿੱਚ ਨੇ ਤੇ ਬੰਦ ਨੇ। ਮੈਂ ਵਧੀਆ ਬਚੇ ਤਾਂ ਹੋਏ। ਮੈਂ ਇਹ ਚਾਹਾਂਗਾ ਕਿ ਇਹ ਗੱਲ ਨੂੰ ਯਾਦ ਰੱਖੋ ਕਿ ਪਹਿਲੀ ਗੱਲ ਇਹ ਹੈ ਕਿ ਤਾਲੀਮ ਪਾਓ, ਸਿੱਖੋ। ਜੇ ਤੁਹਾਨੂੰ ਕਿਹਾ ਜਾ ਰਿਹਾ ਨਾ ਘਰਾਂ 'ਚ ਰਹੋ, ਤੇ ਔਖਾ ਕੰਮ ਤੇ ਹੈ ਵੇ, ਹੈਨਾ? ਤੇ ਬੜਾ ਮੁਸ਼ਕਿਲ ਹੈ ਸਾਰਾ ਦਿਨ ਘਰ ਬਹਿ ਰਹਿਣਾ। ਜਿਹੜਾ ਸਾਰਾ ਦਿਨ ਬੰਦਾ ਬਾਹਰ ਫਿਰਦਾ ਹੈ ਤੇ ਕੰਮ ਕਰਦਾ ਹੈ ਤੇ ਬਿਜ਼ੀ ਰਹਿੰਦਾ ਹੈ, ਤੇ ਉਹਦਾ ਘਰ ਰਹਿਣਾ ਬੜਾ ਮੁਸ਼ਕਿਲ ਹੈ। ਤੇ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਵਾਂ ਕਿ ਜਿਹੜੇ ਲੋਕੀ ਘਰ ਨੇ, ਜਿਹੜੇ ਮੈਡੀਕਲ ਦੇ ਨਾਲ ਜਿਨ੍ਹਾਂ ਦਾ ਕੰਮ ਨਹੀਂ ਹੈਗਾ ਤੇ ਘਰ ਨੇ, ਤੇ ਉਹ ਮਿਹਰਬਾਨੀ ਨਾਲ ਇਸ ਚੀਜ਼ ਨੂੰ ਗਨੀਮਤ ਸਮਝਣ ਤੇ ਖੁਦਾ ਨੇ ਤੁਹਾਨੂੰ ਮੌਕਾ ਦਿੱਤਾ ਕਰ ਰਿਹਾ ਹੁੰਦਾ। ਹਾਂ ਠੀਕ ਹੈ, ਪਰੇਸ਼ਾਨੀ ਹੈ ਵੇ, ਲੇਕਿਨ ਸ਼ੁਕਰਗੁਜ਼ਾਰ ਹੋਵੋ, ਖੁਦਾ ਨੇ ਮੌਕਾ ਦਿੱਤਾ ਕਰ ਰਹਿਣ ਦਾ, ਫੈਮਿਲੀ ਨਾਲ ਰਹਿਣ ਦਾ, ਗੱਲਬਾਤ ਕਰਨ ਦਾ, ਆਪਣੀ ਰੂਹਾਨੀ ਜ਼ਿੰਦਗੀ ਨੂੰ ਯਿਸੂ ਮਸੀਹ ਦੇ ਵਿੱਚ ਹੋਰ ਮਜ਼ਬੂਤ। ਜਿਸ ਤਰ੍ਹਾਂ ਪਹਿਲਾਂ ਆਫ ਸਕਰੀਨ ਆਪਣੀ ਗੱਲ ਚੱਲ ਰਹੀ ਸੀਗੀ ਕਿ this is the time, this is the time to you should to close to the God। ਹਾਂਜੀ, ਹੁਣ ਤੁਸੀਂ ਜਿਸ ਤਰ੍ਹਾਂ ਆਪਾਂ ਪਹਿਲਾਂ, ਮੈਂ ਕੰਮ ਤੋਂ ਆਉਂਦਾ ਸੀਗਾ, ਜੋ ਮੇਰੀ ਰੂਟੀਨ ਸੀਗੀ, to be honest with everyone, ਪਹਿਲਾਂ ਮੈਂ ਕੀ ਕਰਦਾ ਸੀਗਾ, ਘਰੇ ਆਣਾ, ਨਹਾਇਆ ਧੋਇਆ, ਫਰੈਸ਼ ਹੋਇਆ, ਛੋਟੀ ਛੋਟੀ ਦੁਆ ਕੀਤੀ ਔਰ ਸੋ ਗਿਆ। ਔਰ ਸਵੇਰੇ ਉੱਠ ਕੇ ਮੈਨੇ ਜੀ ਨਹਾ ਨੋ ਕੇ ਫਰੈਸ਼ ਹੋ ਕੇ ਆਪਣਾ ਬਾਈਬਲ ਪੜ੍ਹਨੀ, ਦੁਆ ਕਰਨੀ। ਉਸ ਟਾਈਮ ਮੈਂ 1 ਘੰਟਾ 1.5 ਘੰਟਾ ਲਾਉਂਦਾ ਸੀ। ਪਰ this time I don't have no choice to do anything to no go outside also। so ਮੈਂ ਕੀ ਕਰਦਾ ਕਿ ਹੁਣ ਮੈਂ 3 ਟਾਈਮ ਕਰਤੀ ਹੈਗੀ ਆ ਬਾਈਬਲ ਪੜ੍ਹਨੀ। ਅਜੇ ਮੈਂ ਸ਼ੁਰੂ ਨਹੀਂ ਕੀਤੀ, ਟੂ ਬੀ ਓਨੈਸਟ। ਦੇਖੋ ਔਨ ਸਕਰੀਨ ਪਰ ਜਿਹੜੀ ਮੇਰੀ ਪਲੈਨਿੰਗ ਅੱਗੇ, ਠੀਕ ਹੈ ਜੀ, ਮੇਰੀ ਪਲੈਨਿੰਗ ਹੈ, ਕਿਉਂਕਿ ਮੈਂ ਖੁਦਾਵੰਦ ਦਾ ਸੱਚਾ ਦੇਖੋ ਹਰ ਰੋਜ਼ ਮੇਰੇ ਨਾਲ ਕਿਹਦਾ ਘੰਟੇ ਬਾਈਬਲ ਦੀ ਗੱਲਾਂ ਕਰਨੇ, ਬਹਿ ਕੇ ਮੈਂ ਘੰਟਾ 2 ਘੰਟੇ ਅਸੀਂ ਤੇ ਇੱਥੇ ਬਹਿ ਕੇ ਰਿਕਾਰਡਿੰਗ ਤੋਂ ਬਾਅਦ ਵੀ ਮੂਸੇ ਟੌਪਿਕਸ ਤੇ ਗੱਲਾਂ ਕਰਨੇ ਆ ਕਲਾਮ ਦੀਆਂ। ਤੁਸੀਂ ਮੈਨੂੰ ਕਈ ਸਵਾਲ ਕਰਦੇ ਹੋ ਤੇ ਮੈਂ ਉਹਨਾਂ ਦੀ ਕੋਸ਼ਿਸ਼ ਕਰਨਾ ਕਲਾਮ ਦੇ ਵਿੱਚ ਅਸੀਂ ਗੱਲਬਾਤ ਲੱਭ ਸਕੀਏ। ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ। ਪਲੈਨਿੰਗ ਹੈਗੀ ਆ ਮੇਰੀ ਕਿ ਹੁਣ ਮੈਂ 3 ਟਾਈਮ ਬਾਈਬਲ ਨੂੰ ਟਾਈਮ ਦੇਵਾਂ, ਵੱਧ ਤੋਂ ਵੱਧ ਜਿੰਨਾ ਹੋ ਸਕੇ। ਮੈਂ ਇਹ ਵੀ ਇੱਕ ਗੱਲ ਦੱਸਣਾ ਕਿ ਇਹ ਬੜਾ ਜ਼ਰੂਰੀ ਹੈ। ਫਿਰ ਘਰ ਵਾਲਿਆਂ ਨਾਲ ਗੱਲਬਾਤ ਕਰੋ, ਬਹੁਤ ਚ ਰਵੋ, ਉਹਨਾਂ ਦੀ ਗੱਲਬਾਤ ਸੁਣੋ। ਦੋਸਤ ਸਾਹਿਬਾਬ ਨੂੰ ਫੋਨ ਕਰੋ, ਤੁਹਾਨੂੰ ਦੱਸੋ ਜੀ ਮੈਂ ਅੱਜ ਆਪਣੇ ਵਾਸਤੇ ਵੀ ਦੁਆ ਕੀਤੀ ਹੈ ਤੇ ਤੁਹਾਡੇ ਵਾਸਤੇ ਵੀ ਦੁਆ ਕੀਤੀ ਹੈ, ਤਾਂ ਕਿ ਯਿਸੂ ਮਸੀਹ ਤੁਹਾਡੇ ਨਾਲ ਵੀ ਰਵੇ ਤੇ ਸਾਡੇ ਨਾਲ ਹੀ ਰਵੇ, ਤੇ ਤੁਹਾਨੂੰ ਵੀ ਹਿਫਾਜ਼ਤ ਰੱਖੇ ਤੇ ਸਾਨੂੰ ਵੀ ਹਿਫਾਜ਼ਤ ਰੱਖੇ, ਫਿਰ ਦੁਬਾਰਾ ਮਿਲ ਸਕੀਏ, ਹੈਨਾ? ਬੜਾ ਜ਼ਰੂਰੀ ਹੈ। ਇਹੋ ਹੀ ਕੰਮ ਮੈਂ ਵੀ ਕਰਨਾ ਵਾ। ਅੱਜ ਹਰ ਰੋਜ਼ ਮੈਂ ਦੁਪਹਿਰ ਤੋਂ ਬਾਅਦ ਮੁਖਤਲਿਫ ਆਪਣੇ ਦੋਸਤਾਂ ਨੂੰ ਫੋਨ ਕਰਕੇ ਉਹਨਾਂ ਨੂੰ ਯਾਦ ਦਵਾਉਣਾ ਕਿ ਜੀ ਸਵੇਰ ਜਦੋਂ ਅਸੀਂ ਦੁਆ ਕਰਦੇ ਹਾਂ ਤਾਂ ਤੇ ਮੈਂ ਤੁਹਾਡਾ ਨਾਮ ਲੈ ਕੇ ਤੁਹਾਡੇ ਵਾਸਤੇ ਦੁਆ ਕੀਤੀ ਹੈ, ਤੇ ਮੈਂ ਸਾਰਿਆਂ ਵਾਸਤੇ ਤੇ ਦੁਆ ਕਰ ਰਿਹਾ। ਇਹ ਬੜੀ ਜ਼ਰੂਰੀ ਹੈ। ਫਿਰ ਦੂਸਰੀ ਗੱਲ ਇਹ ਸਾਨੂੰ ਇਹ ਵੀ ਯਾਦ ਰੱਖਣਾ ਇੱਕ ਹੋਰ ਗੱਲ ਕਿ ਵਕਤ ਨਜ਼ਦੀਕ ਆਉਂਦਾ ਹੈ। ਵਕਤ ਜਿਹੜਾ ਨਾ, ਅਸੀਂ ਇੰਟਰਨੈਟ ਤੇ ਬੜੀ ਇਨਫੋਰਮੇਸ਼ਨ ਪੜ੍ਹਨੇ ਪਏ, ਕਈ ਪੇਸ਼ਗੋਈਆਂ ਲੋਕੀ ਕਰਦੇ ਨੇ ਪਏ, ਕਈ ਮੈਨੂੰ ਤੇ ਬੜੀਆਂ ਅਜੀਬ ਲੱਗਦੀਆਂ ਨੇ ਕਈ ਚੀਜ਼ਾਂ ਜਿਹੜੀ ਕਲਾਮ ਤੋਂ ਹਟ ਕੇ ਨੇ। ਤੇ ਇੱਥੇ ਗੱਲ ਜਿਹੜੀ ਨਾ ਇੱਕ ਹੋਰ ਮੈਂ ਕਰਨਾ ਚਾਹੁੰਦਾ, ਤਾਲੀਮ ਯਿਸੂ ਮਸੀਹ ਦੀ ਦਿਓ ਤੇ ਆਪਣੇ ਖਿਆਲਾਤ ਨਾ ਪੇਸ਼ ਕਰਦੇ ਜਾਓ, ਆਪਣੀਆਂ ਗੱਲਾਂ ਨਾ ਪੇਸ਼ ਕਰਦੇ ਜਾਓ, ਆਪਣੇ
ਬਾਈਬਲ ਜੋ ਤੋਂ ਬਾਹਰ ਨਾ ਬਾਈਬਲ ਜਾਓ। ਤੋਂ ਬਾਹਰ ਨਾ ਜਾਓ ਤੇ ਕਲਾਮ ਮੁਕੱਦਸ ਨੂੰ ਸਿੱਖੋ। ਤੇ ਵੇਖੋ ਇਹ ਵੇ ਕਿ ਇਹ ਜਾਣੋ ਕਿ ਯਿਸੂ ਮਸੀਹ ਕੀ ਹੈ, ਤੁਹਾਡੇ ਨਾਲ ਹੈ। ਅੱਜ ਇਸ ਵਕਤ ਜਦੋਂ ਤੁਸੀਂ ਲੋਨਲੀ ਫੀਲ ਕਰਦੇ ਹੋ, ਪਿਓ ਅਕੇਲੇ ਫੀਲ ਕਰਦੇ ਹੋ, ਜਦੋਂ ਤੁਸੀਂ ਇਹ ਵੇਖਦੇ ਹੋ ਕਿ ਮੇਰੇ ਨਾਲ ਕੋਈ ਵੀ ਨਹੀਂਗਾ, ਤੇ ਤੁਸੀਂ ਸਾਨੂੰ ਫੋਨ ਕਰੋ, ਅਸੀਂ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹਾਂ। ਤੁਸੀਂ ਆਨਲਾਈਨ ਮੈਸੇਂਜਰਸ ਫੇਸਬੁੱਕ ਤੇ ਸਾਡੇ ਨਾਲ ਗੱਲ ਕਰੋ, ਅਸੀਂ ਤੁਹਾਡੀ ਵਾਸਤੇ ਦੁਆ ਕਰਾਂਗੇ, ਤੁਹਾਡੀ ਗੱਲ ਸੁਣਾਂਗੇ, ਫਿਰ ਅਸੀਂ ਤੁਹਾਡੇ ਨਾਲ ਯਿਸੂ ਮਸੀਹ ਨੇ ਜਿਹੜਾ ਵਾਅਦਾ ਕਰਦਾ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੁਸੀਂ ਕੀ ਆਂਦੇ ਹੋ ਹੋਰ ਸਰ? ਸਰ ਜੀ ਮੈਂ ਤਾਂ ਇਹ ਕਹਿਣਾ ਕਿ ਜਿਹੜੇ ਸਾਡੇ ਲਿਸਨਰ ਨੇ ਜਾਂ ਸਾਨੂੰ ਦੇਖ ਰਹੇ ਨੇ ਆਨਲਾਈਨ, ਮੈਂ ਇੱਕੋ ਸੁਜੈਸ਼ਨ ਦੇਣਾ ਚਾਹੁੰਦਾ ਕਿ ਘਰ ਵਿੱਚ ਰਹਿਣਾ ਕੋਈ ਸਜ਼ਾ ਨਹੀਂ ਹੈਗੀ। ਘਰ ਵਿੱਚ ਰਹਿਣਾ ਕਿ ਤੁਸੀਂ ਸੇਫ ਹੋ ਆਪਣੀ ਫੈਮਿਲੀ ਦੇ ਨਾਲ, ਆਪਣੇ ਮਾਪਿਓ ਦੇ ਨਾਲ ਤੇ ਆਪਣੇ ਬੱਚਿਆਂ ਨਾਲ। ਤੇ ਮੈਂ ਇਹ ਕਹਿਣਾ ਕਿ ਘਰ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਪਹਿਲਾਂ ਇੱਕ ਵਾਰ ਤੁਸੀਂ ਕੀ ਕਰਦੇ ਸੀਗੇ, ਬਾਈਬਲ ਸਟੱਡੀ 3 ਟਾਈਮ ਕਰ ਦਿਓ। ਘਰ ਦੇ ਕੰਮ ਹੈ, ਯਾਰਡ ਦੇ ਵਿੱਚ ਬਹੁਤ ਕੰਮ ਹੈ, ਘਰ ਦੀ ਸਫਾਈ ਦਾ ਬਹੁਤ ਕੰਮ ਆ, ਬੀਬੀ ਦੀ ਹੈਲਪ ਕਰਾ ਸਕਦੇ ਹੋ, ਠੀਕ ਹੈ ਜੀ। ਤੇ ਆਪਣੇ ਜਿਹੜੇ ਫੋਨ ਐਂਡ ਫਰੈਂਡ, ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਕਿ ਆਪਣੇ ਦੋਸਤਾਂ ਨੂੰ ਫੋਨ ਕਰ ਸਕਦੇ ਹੋ, ਇਸ ਤਰ੍ਹਾਂ ਥੋੜਾ ਜਿਹਾ ਟਾਈਮ ਆਪਣੀ ਐਕਸਰਸਾਈਜ਼ ਵਾਸਤੇ ਕੱਢ ਸਕਦੇ ਹੋ। ਮਤਲਬ ਕਈ ਚੀਜ਼ਾਂ ਜਿਹੜੀਆਂ ਤੁਹਾਡੀ ਜ਼ਿੰਦਗੀ 'ਚ ਰਹਿ ਗਈਆਂ ਸੀ ਅਧੂਰੀਆਂ, ਤੁਸੀਂ ਉਹਨੂੰ ਇਸ ਸਮੇਂ ਦੇ ਵਿੱਚ 2 ਜਾਂ 3 ਵੀਕ ਜੋ ਵੀ ਹੈ, ਤੁਸੀਂ ਉਹਨੂੰ ਰੂਟੀਨ 'ਚ ਅਗਰ ਤੁਹਾਡੇ ਕੋਲ ਸਹੀ ਟਾਈਮ ਹੈ, ਤੁਸੀਂ ਪੜ੍ਹ ਸਕਦੇ ਹੋ, ਹੋਰ ਹਾਂਜੀ ਤੁਸੀਂ ਲਿਖ ਸਕਦੇ ਹੋ, ਠੀਕ ਹੈ। ਤੁਸੀਂ ਇਹ ਮੁਕਾਲਮੇ ਲਿਖ ਸਕਦੇ ਹੋ, ਪੋਇਟਰੀ ਕਰ ਸਕਦੇ ਹੋ, ਤੁਸੀਂ ਕਲਾਮ ਦੀ ਗੱਲ ਨੂੰ ਰਿਸਰਚ ਕਰ ਸਕਦੇ ਹੋ। ਜੋ ਵੀ ਹਿਡਨ ਆਰਟ ਤੁਹਾਡੇ ਅੰਦਰ ਸੀ, ਜਿਹੜਾ ਹਿਡਨ ਆਰਟ ਹੈ ਤੁਸੀਂ ਉਹਨੂੰ ਬਾਹਰ ਕੱਢ ਸਕਦੇ ਹੋ। ਤੁਸੀਂ ਯਿਸੂ ਦੇ ਕਿਰਬਤ ਤੇ ਨਜ਼ਦੀਕੀ ਨੂੰ ਪਾ ਕੇ ਤੇ ਇਨਸਾਨੀਅਤ ਦੇ ਉੱਤੇ ਗੌਰ ਕਰ ਸਕਦੇ ਹੋ। ਵੇਖੋ ਖੁਦਾ ਤੁਹਾਡੇ ਨਾਲ ਹੈ, ਖੁਦਾ ਦਾ ਵਾਅਦਾ ਹੈ ਕਿ ਮੈਂ ਤੁਹਾਡੇ ਨਾਲ ਹਾਂ। ਮੈਂ ਬਹੁਤ ਸਾਰੀ ਗੱਲਾਂ ਨਹੀਂ ਕਰਨਾ ਚਾਹੁੰਦਾ, ਮੈਂ ਚਾਹੁੰਦਾ ਕਿ ਅਸੀਂ ਇਸ ਗੱਲ ਨੂੰ ਸਮਝੀਏ ਕਿ ਆਈਏ ਅਸੀਂ ਖੁਦਾ ਦੀ ਇਸ ਹਜ਼ੂਰੀ ਦੇ ਵਿੱਚ ਮੁਕੱਦਸ ਹੋ ਕੇ ਨਾ ਤੇ ਆਪਣੇ ਆਪ ਨੂੰ ਪਾਕ ਕਰਕੇ ਤੇ ਅਖੀਰ ਜ਼ਮਾਨਾ ਦੀ ਨਿਸ਼ਾਨੀਆਂ ਨੂੰ ਵੇਖਦੇ ਹੋਇਆਂ, ਕਰੋਨਾ ਵਾਇਰਸ ਦੀ ਵਬਾ ਨੂੰ, ਪਹਿਲੀਆਂ ਬੜੀਆਂ ਬਿਮਾਰੀਆਂ ਤੇ ਬੜੇ ਵਾਇਰਸ ਤੇ ਬੜੀ ਚੀਜ਼ਾਂ ਆਈਆਂ ਨੇ, ਲੇਕਿਨ ਉਹ ਮਹਦੂਦ ਮੁਲਕਾਂ ਦੇ ਵਿੱਚ ਰਹੀਆਂ, ਲੇਕਿਨ ਹੁਣ ਤੇ ਪੂਰੀ ਦੁਨੀਆ ਦੇ ਉੱਤੇ ਫੈਲ ਗਿਆ ਨਾ। ਵਕਤ ਤੇ ਦੱਸਦਾ ਪਿਆ ਕਿ ਇੰਡੀਕੇਸ਼ਨ ਹੈ ਕਿ ਯਿਸੂ ਮਸੀਹ ਕਿ ਜਦੋਂ ਤੁਸੀਂ ਇਹਨਾਂ ਗੱਲਾਂ ਦਾ ਹੋਣ ਦਾ ਵੇਖੋ ਤੇ ਸਮਝੋ ਕਿ ਮੇਰੀ ਆਮਦ ਨਜ਼ਦੀਕ ਹੈ, ਤੇ ਤਿਆਰ ਹੋ ਜਾਓ। ਖਬਰਦਾਰ ਝੂਠੀਆਂ ਗੱਲਾਂ ਦੇ ਪਿੱਛੇ ਨਾ ਲੱਗੋ, ਹੈ, ਤੇ ਤਿਆਰ ਰਹੋ। ਸਾਨੂੰ ਨਹੀਂ ਪਤਾ ਕਦੋਂ ਕਿਸ ਵਕਤ ਯਿਸੂ ਮਸੀਹ ਆ ਜਾਏ, ਲੇਕਿਨ ਹਜੇ ਸਿੱਧਾ ਤੋਬਾ ਦਾ ਦਰਵਾਜ਼ਾ ਖੁੱਲਿਆ ਹੈ। ਅਗਰ ਨਹੀਂ ਤੋਬਾ ਕੀਤੀ ਤੇ ਤੋਬਾ ਕਰੋ, ਯਿਸੂ ਕੋਲ ਆਓ ਤੇ ਆਪਣੀ ਜ਼ਿੰਦਗੀ ਉਹਨੂੰ ਦਿਓ, ਤਾਂ ਕਿ ਉਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਕੇ ਫਿਰ ਆਪਣੀ ਜਲਾਲ ਜ਼ਾਹਰ ਕਰੇ ਤੇ ਆਪਣਾ ਫਸਲ ਕਰੇ। ਮੈਂ ਚਾਹਨਾ ਕਿ ਤੁਹਾਡੇ ਵਾਸਤੇ ਦੁਆ ਕੀਤੀ ਜਾਵੇ। ਖੁਦਾਵੰਦ, ਤੂੰ ਜਿਹੜਾ ਅਸਮਾਨੀ ਬਾਪ ਹੈ, ਹਮਾਰਾ ਖੁਦਾ ਹੈ, ਤੇ ਸਾਡੇ ਕੋਲ ਆਉਣਾ ਹੈ ਤੇ ਹਮੇਸ਼ਾ ਵਾਅਦਾ ਫਰਮਾਇਆ ਕਿ ਸਾਡੇ ਨਾਲ ਹੈ। ਮੈਂ ਦੁਆ ਕਰਨਾ ਕਿ ਸਾਡੇ ਸਾਰੇ ਜਿਹੜੇ ਇਸ ਵੀਡੀਓ ਨੂੰ ਵੇਖਣ ਵਾਲੇ ਨੇ, ਖੁਦਾਵੰਦਾ ਤੂੰ ਆਪਣੇ ਵਾਅਦੇ ਦੇ ਮੁਤਾਬਕ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਆ, ਉਹਨਾਂ ਨੂੰ ਮਹਿਫੂਜ਼ ਰੱਖ। ਜਰਾਸੀਮ ਦੇ ਸਾਰੇ ਅਸਰ ਨੂੰ ਖੁਦਾਵੰਦਾ ਤੂੰ ਘਾਇਲ ਕਰ ਦੇ, ਖਤਮ ਕਰ ਦੇ। ਖੁਦਾਵੰਦਾ ਮੈਂ ਇੱਕ ਘਰਾਨੇ ਵਾਸਤੇ ਔਰ ਫਿਰ ਇੱਕ ਫਰਦ ਵਾਸਤੇ ਤੇਰੀ ਸਲਾਮਤੀ और बरकत चाहना। मैं अपनी कलीसिया वास्ते तेरी बरकत चाहना। मैं अपने घराने वास्ते बरकत चाहना। मैं अपने सुनने वालियां दे सारे घरानियां वास्ते, अपने दोस्तां दे घरानियां वास्ते, खुदावंद उन्हां दे घरां वास्ते तेरा लहू मंग लेना वा कि तू उन्हां नूं हिफाजत रखे ते तू अपने रूह कुदस दे वसीले नाल उन्हां दे कोल ਜਿਹੜੇ खुदावंद केलापन महसूस करते ने, लोनलीनेस ने, ਜਿਹੜੇ खुदावंद महसूस करते ने कि ਉਹ ਕੀ ਕਰ ਸਕਣ, ਕਿੱਥੋਂ ਖਾਣ। खुदावंदा मैं तेरे हजूर दुआ करना कि तू आसमान खोल के उन्होंने वास्ते बरकत नाज़िल कर, उन्होंने मुहैया फरमा। और खुदावंदा लोगों के दिलों के विच इस गल नूं खुदावंदा तू पा के एक दूजे की मदद करन। अगर चाहे सोशल डिस्टेंस दूर रह रहे लोगों तो फिर भी मदद करने दे खुदावंदा बहुत सारे तरीके तू उन्होंने विच लिया। मिन्नत करना कि तेरा रूह का मसा साडे नाल रहे, साडे लिसनर्स दे नाल रहे, साडे सारे लोगों के नाल रहे, ईमानदारां दे नाल रहे, ਤੇ ਖੁਦਾਵੰਦਾ ਸਾਰੀ ਦੁਨੀਆ ਦੇ ਲੋਕਾਂ ਦੇ ਨਾਲ ਜਿਹੜੇ ਪਰੇਸ਼ਾਨ ਨੇ ਤੇ ਉਹਨਾਂ ਦੀ ਮੁਨਾਜਾਤ ਨੂੰ ਸੁਣ ਤੇ ਖੁਦਾਵੰਦਾ ਆਪਣਾ ਕਹਿਰ ਹਟਾ ਦੇ, ਜਰਾਸੀਮ ਨੂੰ ਦੂਰ ਕਰ ਦੇ, ਖਤਮ ਕਰ ਦੇ ਤੇ ਆਪਣੀ ਸਲਾਮਤੀ ਤੇ ਆਪਣਾ ਰਹਿਮ ਕਰਕੇ ਸ਼ਿਫਾ ਤੇ ਤੰਦਰੁਸਤੀ ਲਿਆ। ਮੌਜਜ਼ਾ ਵਹਾ ਯਿਸੂ ਮਸੀਹ ਦੇ ਨਾਮ ਚ ਮੰਗਨੇ ਤੇ ਪਾਣੇ ਆ, ਆਮੀਨ ਆਮੀਨ।